Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਹਫਤਾਵਾਰੀ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਔਨ US ਇਮੀਗ੍ਰੇਸ਼ਨ। ਤੇ ਤੁਹਾਨੂੰ ਪਤਾ ਹੀ ਹੈ ਕਿ ਪ੍ਰੋਗਰਾਮ ਆਪਾਂ ਹਰ ਹਫਤੇ ਕਰਦੇ ਹਾਂ ਤੇ ਇਹਦੇ ਵਿੱਚ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਇਸ ਵੀਕ ਦੀਆਂ ਘਟਨਾਵਾਂ ਉਹਨਾਂ ਬਾਰੇ ਵੀ ਜ਼ਿਕਰ ਕਰਦੇ ਹਾਂ ਤੇ ਉਹਦੇ ਨਾਲ ਨਾਲ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਨੇ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਇੰਪੋਰਟੈਂਟ ਡਿਵੈਲਪਮੈਂਟਸ ਇਸ ਵੀਕ ਹੋਈਆਂ ਨੇ। ਇੱਕ ਤਾਂ ਜਿਹੜੀ ਸਭ ਤੋਂ ਇੰਪੋਰਟੈਂਟ ਡਿਵੈਲਪਮੈਂਟ ਆ ਉਹ ਇਹ ਹੈਗੀ ਆ ਕਿ US ਸੁਪਰੀਮ ਕੋਰਟ ਦਾ ਡਿਸੀਜਨ ਆਇਆ ਇਮੀਗ੍ਰੇਸ਼ਨ ਦੇ ਸੰਬੰਧਿਤ ਜਿਹੜਾ ਬੜਾ ਇੰਪੋਰਟੈਂਟ ਆ। ਇਹ ਕੋਰਟ ਕੇਸ ਆ, ਉਹਦਾ ਨਾਂ ਹੈਗਾ ਨਿਜ਼ ਸ਼ੈਵੇਜ਼ ਵਰਸਿਸ ਗਾਰਲੈਂਡ ਤੇ ਇਹਦਾ ਡਿਸੀਜਨ ਜਿਹੜਾ ਉਹ 6-3 ਦੀ ਮੈਜੋਰਟੀ ਨਾਲ ਆਇਆ। ਉਹਦਾ ਮਤਲਬ ਆ ਵੀ 6 ਜੱਜ ਇਹਦੇ ਹੱਕ 'ਚ ਸੀਗੇ ਤੇ 3 ਇਹਦੇ ਅਗੇਂਸਟ। ਤੇ ਇਹਦੇ 'ਚ ਕੋਰਟ ਨੇ ਕਿਹਾ ਵੀ ਜਿਹੜਾ ਨੋਟਿਸ ਟੂ ਅਪੀਅਰ ਆ ਉਹ ਇਨਵੈਲਿਡ ਆ ਜੇ ਉਹ ਡੇਟ ਤੇ ਟਾਈਮ ਆਫ ਦਾ ਹੀਅਰਿੰਗ ਨੂੰ ਸਪੈਸੀਫਾਈ ਨਹੀਂ ਕਰਦਾ। ਇਸੇ ਸਿਲਸਿਲੇ ਦੇ ਵਿੱਚ ਕੋਰਟ ਨੇ 2018 ਦੇ ਵਿੱਚ ਵੀ ਰੂਲ ਕੀਤਾ ਸੀ। ਕੇਸ ਉਹਦਾ ਨਾਂ ਸੀ ਪਰੇਰਾ ਵਰਸਸ ਸੈਸ਼ਨਸ ਤੇ ਉਹ ਸੇਮ ਹੀ ਉਹਨਾਂ ਨੇ ਹੁਣ ਦੁਬਾਰਾ ਉੱਤੇ ਮੋਹਰ ਲਾਈ ਆ। ਤੇ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਿਆਂ ਵੀ ਨੋਟਿਸ ਟੂ ਅਪੀਅਰ ਕੀ ਹੁੰਦਾ। ਜਦੋਂ ਅਮਰੀਕਾ ਦੇ ਵਿੱਚ ਕਿਸੇ ਦਾ ਵੀ ਕੇਸ ਇਮੀਗ੍ਰੇਸ਼ਨ ਕੋਰਟ 'ਚ ਭੇਜਿਆ ਜਾਂਦਾ, ਜਿਹਨੂੰ ਆਪਾਂ ਜਿਹੜਾ ਸਧਾਰਨ ਲੈਂਗੁਏਜ ਕਹਿ ਦਿੰਦੇ ਆ ਕਿ ਜੀ ਇਹ ਕੇਸ ਮੇਰਾ ਕੋਰਟ 'ਚ ਚੱਲਦਾ ਜਾਂ ਇਮੀਗ੍ਰੇਸ਼ਨ ਜੱਜ ਅੱਗੇ ਚੱਲਦਾ। ਜਿਹੜੇ ਬੰਦੇ ਖਾਸ ਕਰਕੇ ਮੈਕਸੀਕੋ ਦਾ ਬਾਰਡਰ ਲੰਘ ਕੇ ਆਉਂਦੇ ਆ ਉਹ ਆਪਣਾ ਕ੍ਰੈਡੀਬਲ ਫੀਅਰ ਹੀਅਰਿੰਗ 'ਚੋਂ ਪਾਸ ਆਊਟ ਹੁੰਦੇ ਆ ਤੇ ਉਸ ਤੋਂ ਬਾਅਦ ਉਹਨਾਂ ਦਾ ਕੇਸ ਇਮੀਗ੍ਰੇਸ਼ਨ ਜੱਜ ਕੋਲ ਭੇਜਿਆ ਜਾਂਦਾ। ਜਿਨ੍ਹਾਂ ਨੇ ਇੱਥੇ ਪੋਲੀਟੀਕਲ ਅਸਾਈਲਮ ਦੇ ਕੇਸ ਲਾਏ ਆ ਉਹਨਾਂ ਦੀ ਪਹਿਲੀ ਇੰਟਰਵਿਊ ਜਿਹੜੀ ਆ ਉਹ ਅਸਾਈਲਮ ਆਫਿਸ 'ਚ ਆਉਂਦੀ ਆ। ਉੱਥੇ ਜੇ ਕੇਸ ਨਾ ਅਪਰੂਵ ਹੋਵੇ ਤਾਂ ਉਹਨੂੰ ਇਮੀਗ੍ਰੇਸ਼ਨ ਕੋਰਟ ਕੋਲ ਭੇਜ ਦਿੰਦੇ ਆ। ਉਹਦਾ ਜਿਹੜਾ ਟੈਕਨੀਕਲ ਲੈਂਗੁਏਜ ਉਹ ਹੈਗੀ ਰਿਮੂਵਲ ਪ੍ਰੋਸੀਡਿੰਗ, ਉਹਨੂੰ ਉਹ ਰਿਮੂਵਲ ਪ੍ਰੋਸੀਡਿੰਗ 'ਚ ਪਾਉਂਦੇ ਆ ਤੇ ਉਹ ਪਾਉਣ ਲੱਗੇ ਉਹਨੂੰ ਇੱਕ ਡਾਕੂਮੈਂਟ ਦਿੰਦੇ ਨੇ, ਉਹਦਾ ਨਾਂ ਨੋਟਿਸ ਟੂ ਅਪੀਅਰ। ਉਹਦੇ ਵਿੱਚ ਇਹ ਲਿਖਿਆ ਜਾਂਦਾ ਵੀ ਕਿਹੜੇ ਕਾਰਨਾਂ ਕਰਕੇ ਤੇਰਾ ਕੇਸ ਜਿਹੜਾ ਉਹ ਇਮੀਗ੍ਰੇਸ਼ਨ ਜੱਜ ਕੋਲ ਭੇਜਿਆ ਜਾ ਰਿਹਾ ਤੇ ਇਮੀਗ੍ਰੇਸ਼ਨ ਜੱਜ ਨੂੰ ਜਿਹੜੀ ਸਰਕਾਰ ਦੀ ਇਹ ਬੇਨਤੀ ਹੁੰਦੀ ਆ ਵੀ ਇਹਦਾ ਇੱਥੇ ਰਹਿਣ ਦਾ ਕੋਈ ਬੇਸਿਸ ਨਹੀਂ ਆ ਤੇ ਇਹਨੂੰ ਡਿਪੋਰਟ ਕੀਤਾ ਜਾਵੇ। ਉਹਦੇ ਫਿਰ ਡਿਫੈਂਸ ਦੇ ਵਿੱਚ ਉਹ ਜਿਹੜਾ ਵਿਅਕਤੀ ਹੈ ਜਿਹਨੂੰ ਐਂਟੀ ਇਸ਼ੂ ਹੋਇਆ ਉਹ ਕਈ ਵਾਰੀ ਅਸਾਈਲਮ ਦਾ ਕੇਸ ਅਪਲਾਈ ਕਰਦਾ ਜਾਂ ਕਈਆਂ ਦਾ ਵਿਆਹ ਹੋਇਆ ਸਿਟੀਜ਼ਨ ਨਾਲ ਉਹ ਕਰਦੇ ਨੇ ਤੇ ਉਹਨੂੰ ਆਪਾਂ ਡਿਫੈਂਸਿਵ ਅਸਾਈਲਮ ਵੀ ਕਹਿ ਦਿੰਦੇ ਆ, ਉਹ ਅਪਲਾਈ ਕੀਤਾ ਜਾਂਦਾ। ਇਹ ਜਿਹੜਾ ਕੇਸ ਹੈ ਇਹਦਾ ਜਿਹੜਾ ਸੰਬੰਧ ਆ ਉਹ ਨੋਟਿਸ ਟੂ ਅਪੀਅਰ ਦੇ ਨਾਲ ਆ, ਬੜਾ ਇੰਪੋਰਟੈਂਟ ਆ। ਉਹਨਾਂ ਨੇ ਕਿਹਾ ਵੀ ਜਦੋਂ ਵੀ ਜਿਹੜੀ ਗਵਰਨਮੈਂਟ ਆ ਉਹ ਕਿਸੇ ਨੂੰ ਨੋਟਿਸ ਟੂ ਅਪੀਅਰ ਜਾਰੀ ਕਰਦੀ ਆ ਤੇ ਉਹਦਾ ਕੇਸ ਇਮੀਗ੍ਰੇਸ਼ਨ ਕੋਰਟ 'ਚ ਭੇਜਦੀ ਆ, ਉਹਨੂੰ ਇਹ ਸਪੈਸੀਫਾਈ ਕਰਨਾ ਜ਼ਰੂਰੀ ਆ ਕਿ ਕਿਹੜੀ ਕੋਰਟ ਆ ਤੇ ਡੇਟ ਕਿਹੜੇ ਦਿਨ ਆ ਤੇ ਕਿਹੜੀ ਜਗ੍ਹਾ ਤੇ ਕਿਸ ਟਾਈਮ ਤੇ ਆ। ਕਿਉਂਕਿ ਉਹਦੇ 'ਚ ਇਹ ਲਿਖਿਆ ਹੋਣਾ ਚਾਹੀਦਾ ਜ਼ਰੂਰੀ ਵੀ ਇਹਦਾ ਕੇਸ ਕਿਹੜੀ ਕੋਰਟ 'ਚ ਭੇਜਿਆ ਜਾ ਰਿਹਾ, ਕਿਹੜੇ ਦਿਨ ਡੇਟ ਮਤਲਬ ਜਿਹੜੀ ਡੇਟ ਹੈਗੀ ਆ ਉਹ ਕਿਸ ਟਾਈਮ ਤੇ ਆ ਤੇ ਕਿਹੜੇ ਦਿਨ ਆ। ਆਮ ਤੌਰ ਤੇ ਜਿਹੜੀ ਗਵਰਨਮੈਂਟ ਜਦੋਂ ਐਂਟੀ ਇਸ਼ੂ ਕਰਦੀ ਹੈ ਉਹਦੇ ਵਿੱਚ ਉਹ ਚਾਰਜ ਤਾਂ ਲਿਖ ਦਿੰਦੇ ਨੇ ਵੀ ਤੂੰ ਇੱਥੇ ਓਵਰਸਟੇ ਕੀਤਾ ਜਾਂ ਤੇਰਾ ਜਿਹੜਾ ਥੱਲੇ ਕੇਸ ਸੀ ਕੋਈ ਵਿਆਹ ਦਾ ਕੇਸ ਸੀ ਜਾਂ ਜੋ ਵੀ ਅਸਾਈਲਮ ਦਾ ਸੀ ਉਹ ਨਹੀਂ ਮਨਜ਼ੂਰ ਹੋਇਆ ਉਹਦੇ ਕਰਕੇ ਭੇਜ ਰਹੇ ਆ। ਲੇਕਿਨ ਉਹ 'ਚ ਇਹ ਨਹੀਂ ਲਿਖਦੇ ਕਿ ਤੇਰੀ ਜਿਹੜੀ ਹੀਅਰਿੰਗ ਆ ਉਹ ਕਿਹੜੇ ਦਿਨ ਹੋਊਗੀ, ਕਿਹੜੇ ਟਾਈਮ ਤੇ ਹੋਊਗੀ ਤੇ ਕਿਹੜੀ ਕੋਰਟ 'ਚ ਕਿੱਥੇ ਹੋਊਗੀ। ਉਹ 'ਤੇ ਲਿਖਿਆ ਹੁੰਦਾ ਕਿ ਇਹਦੇ ਬਾਰੇ ਜਾਣਕਾਰੀ ਬਾਅਦ 'ਚ ਭੇਜੀ ਜਾਊਗੀ ਕਿ ਜਿਹੜੀ ਡੇਟ ਹੈਗੀ ਆ ਇਟ ਵਿਲ ਬੀ ਸੈਟ ਲੇਟਰ, ਜਾਂ ਲਿਖਿਆ ਜਾਂਦਾ ਕਿ ਜਿਹੜੀ ਡੇਟ ਹੈਗੀ ਆ ਇਹਦੇ ਬਾਰੇ ਅਸੀਂ ਸੈਪਰੇਟ ਨੋਟਿਸ ਭੇਜਾਂਗੇ ਤੇ ਉਹ ਭੇਜਦੇ ਵੀ ਆ। ਲੇਕਿਨ ਕੋਰਟ ਨੇ ਇਹ ਗੱਲ ਕਹੀ ਆ ਕਿ ਜਦੋਂ ਵੀ ਤੁਸੀਂ ਐਂਟੀ ਇਸ਼ੂ ਕਰਦੇ ਹੋ ਜਿਹੜਾ ਚਾਰਜਿੰਗ ਡਾਕੂਮੈਂਟ ਆ ਜਿਹੜਾ ਇਟ ਇਜ਼ ਇਨਵੈਲਿਡ ਇਫ ਇਟ ਡਜ਼ ਨਾਟ ਸਪੈਸੀਫਾਈ ਦ ਡੇਟ ਐਂਡ ਟਾਈਮ ਆਫ ਦ ਹੀਅਰਿੰਗ। ਸੋ ਡੇਟ ਤੇ ਟਾਈਮ ਆਫ ਦਾ ਹੀਅਰਿੰਗ ਜਿਹੜੀ ਆ ਇਹ ਦੇਣੀ ਜ਼ਰੂਰੀ ਆ। ਜੇ ਉਹ 'ਚ ਨਹੀਂ ਹੋਊਗੀ ਤਾਂ ਉਹ ਐਂਟੀ ਆ ਜਿਹੜਾ ਉਹ ਇਨਵੈਲਿਡ ਸਮਝਿਆ ਜਾਊਗਾ, ਖਾਰਿਜ ਸਮਝਿਆ ਜਾਊਗਾ। ਇਹਦਾ ਜਿਹੜਾ ਇੰਪੈਕਟ ਆ ਉਹ ਉਹਨਾਂ ਕੇਸਾਂ 'ਤੇ ਆ ਜਿੱਥੇ ਕਿ ਕਿਸੇ ਬੰਦੇ ਕੋਲ ਗ੍ਰੀਨ ਕਾਰਡ ਹੈਗਾ, ਉਹਨੇ ਗਲਤੀ ਕਰਤੀ ਕੋਈ ਕਿਸੇ ਕ੍ਰਿਮੀਨਲ ਕੇਸ ਜਾਂ ਵੈਸੇ, ਤਾਂ ਉਹਦਾ ਜਿਹੜਾ ਕੇਸ ਹੈ ਉਹ ਇਮੀਗ੍ਰੇਸ਼ਨ ਕੋਰਟ ਚਲਿਆ ਗਿਆ, ਉਹਨੂੰ ਐਂਟੀ ਇਸ਼ੂ ਹੋ ਗਿਆ, ਰਿਮੂਵਲ ਪ੍ਰੋਸੀਡਿੰਗ 'ਚ ਪੈ ਗਿਆ ਤੇ ਉਹਦੇ 'ਚ ਇਸ਼ੂ ਇਹ ਹੁੰਦਾ ਵੀ ਇਹ ਉਸ ਜਿਹੜਾ ਕ੍ਰਿਮੀਨਲ ਕੇਸ ਦੇ ਵਿੱਚ ਚਾਰਜ ਹੋਣ ਤੋਂ ਪਹਿਲਾਂ ਐਜ਼ ਏ ਗ੍ਰੀਨ ਕਾਰਡ ਹੋਲਡਰ ਕਿੰਨੀ ਦੇਰ ਠੀਕ ਠਾਕ ਰਿਹਾ। ਉਹਨੂੰ ਇਹ ਕਹਿੰਦੇ ਨੇ ਸਟਾਪ ਟਾਈਮ ਰੂਲ ਕਿ ਉਹਦਾ ਟਾਈਮ ਜਿਹੜਾ ਹੈਗਾ ਜੇ ਗ੍ਰੀਨ ਕਾਰਡ ਹੋਲਡਰ ਉਹ ਕਿੱਥੇ ਸਟਾਪ ਹੁੰਦਾ। ਲਾ ਇਹ ਆ ਵੀ ਜਦੋਂ ਐਂਟੀ ਇਸ਼ੂ ਹੋ ਜਾਂਦਾ ਉਹਦਾ ਕੇਸ ਕੋਰਟ 'ਚ ਭੇਜ ਦਿੱਤਾ ਜਾਂਦਾ, ਉੱਥੇ ਉਹ ਟਾਈਮ ਖਤਮ ਹੋ ਜਾਂਦਾ। ਸੋ ਕਈ ਕੇਸਾਂ 'ਚ ਰਿਲੀਫ ਲੈਣ ਲਈ ਤੁਹਾਨੂੰ ਅਮਰੀਕਾ ਦੇ ਵਿੱਚ 7 ਸਾਲ ਐਜ਼ ਏ ਗ੍ਰੀਨ ਕਾਰਡ ਹੋਲਡਰ ਰਹਿਣਾ ਜ਼ਰੂਰੀ ਹੈ ਜਾਂ 10 ਸਾਲ ਰਹਿਣਾ ਜ਼ਰੂਰੀ ਆ। ਉਹ ਟਾਈਮ ਜੇ ਬੰਦ ਹੋ ਗਿਆ ਤੁਹਾਨੂੰ ਫਿਰ ਉਹ ਰਿਲੀਫ ਨਹੀਂ ਮਿਲ ਸਕਦੀ, ਜਿਹਨੂੰ ਕਿ ਆਮ ਤੌਰ 'ਤੇ ਅਸੀਂ ਕੈਂਸਲੇਸ਼ਨ ਆਫ ਰਿਮੂਵਲ ਦੀ ਰਿਲੀਫ ਕਹਿੰਦੇ ਹਾਂ। ਤੇ ਉਹ ਇਹਨਾਂ ਨੇ ਕਿਹਾ ਹੁਣ ਆਪਣੇ ਸੁਪਰੀਮ ਕੋਰਟ ਦੇ ਆਨਰੇਬਲ ਜੱਜਾਂ ਨੇ ਕਿ ਜੇ ਕਿਸੇ ਨੂੰ ਐਂਟੀ ਇਸ਼ੂ ਹੁੰਦਾ ਤਾਂ ਉਹਦੇ ਉੱਤੇ ਇਹ ਨਹੀਂ ਲਿਖਿਆ ਵੀ ਉਹਦੀ ਜਿਹੜੀ ਹੀਅਰਿੰਗ ਆ
ਉਹ ਕਿਹੜੀ ਕੋਰਟ 'ਚ ਹੋਊਗੀ, ਜਾਂ ਇਹ ਲਿਖਿਆ ਵੀ ਕੋਰਟ ਫਲਾਣੀ 'ਚ ਹੋਏਗੀ ਪਰ ਇਹ ਨਹੀਂ ਲਿਖਿਆ ਵੀ ਕਿਹੜੀ ਤਰੀਕ ਨੂੰ ਆ, ਕਿਹੜੇ ਟਾਈਮ ਤੇ ਆ, ਤਾਂ ਉਹ ਬੰਦਾ ਜਿਹੜਾ ਹੈਗਾ ਉਹਦਾ ਜਿਹੜਾ ਟਾਈਮ ਹੈ ਉਹ ਨਹੀਂ ਖਤਮ ਹੋਊਗਾ ਉੱਥੇ। ਤੇ ਇਸ ਕਰਕੇ ਉਹਦੇ ਅਗੇਂਸਟ ਨਹੀਂ ਗੱਲ ਜਾਣੀ ਚਾਹੀਦੀ। ਹੁਣ ਕਈਆਂ ਨੂੰ ਜਦੋਂ ਐਂਟੀ ਇਸ਼ੂ ਕਰਦੇ ਆ, ਜਿਹੜੀ ਡੇਟ ਨਹੀਂ ਹੁੰਦੀ ਉਸ ਤੋਂ ਬਾਅਦ ਡੇਟ ਦੀ ਦੁਬਾਰਾ ਲੈਟਰ ਪਾਉਂਦੇ, ਉਹ ਲੈਟਰ ਅਗਲੇ ਨੂੰ ਮਿਲਦੀ ਨਹੀਂ, ਉਹਦੇ ਕਰਕੇ ਉੱਥੇ ਡੈਪੂਟੇਸ਼ਨ ਲੱਗ ਜਾਂਦੀ, ਉਹ ਡੇਟ ਤੇ ਨਹੀਂ ਜਾਂਦਾ, ਉਹਦਾ ਨੁਕਸਾਨ ਹੁੰਦਾ। ਉਹਦੇ ਕਰਕੇ ਉਹਨਾਂ ਨੇ ਕਿਹਾ ਵੀ ਜਦੋਂ ਵੀ ਤੁਸੀਂ ਐਂਟੀ ਇਸ਼ੂ ਕਰਨਾ ਉਹਦੇ ਉੱਤੇ ਐਗਜ਼ੈਕਟਲੀ ਲਿਖੋ ਕਿ ਇਹਦਾ ਜਿਹੜਾ ਕੇਸ ਆ ਉਹ ਕਿਹੜੀ ਕੋਰਟ 'ਚ ਭੇਜਿਆ ਗਿਆ ਤੇ ਇਹਦੀ ਹੀਅਰਿੰਗ ਕਿਹੜੇ ਦਿਨ ਆ, ਕਿਸ ਟਾਈਮ ਤੇ ਆ। ਜੇ ਉਹ ਨਹੀਂ ਤਾਂ ਉਹ ਇਨਵੈਲਿਡ ਹੋਊਗਾ। ਇਹ ਇੱਕ ਬਹੁਤ ਵੱਡੀ ਮਤਲਬ ਜਿੱਤ ਹੈਗੀ ਇਮੀਗ੍ਰੈਂਟਸ ਵਾਸਤੇ, ਖਾਸ ਕਰਕੇ ਅਸੀਂ ਵਕੀਲ ਜਿਹੜੇ ਇਮੀਗ੍ਰੇਸ਼ਨ ਕੋਰਟਾਂ 'ਚ ਮਤਲਬ ਕੇਸ ਲੜਦੇ ਆ, ਸੋ ਸਾਡੇ ਲਈ ਇਹ ਬੜਾ ਇੰਪੋਰਟੈਂਟ ਆ ਤੇ ਜਿਹੜੇ ਸਾਡੇ ਕਲਾਇੰਟ ਆ ਉਹਨਾਂ ਵਾਸਤੇ ਵੀ ਬੜਾ ਇੰਪੋਰਟੈਂਟ ਆ। ਕਿਉਂਕਿ ਹੁਣ ਜਿਹੜੀ ਇਸ ਟਾਈਮ ਸੁਪਰੀਮ ਕੋਰਟ ਆ, ਇਹਦੇ ਵਿੱਚ ਜਿਹੜੇ ਜ਼ਿਆਦਾ ਜੱਜ ਨੇ ਉਹਨਾਂ ਵਿੱਚੋਂ ਕਾਫੀ ਜੱਜ ਜਿਹੜੇ ਨੇ ਉਹ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਸਰਕਾਰ ਸੀ, ਐਡਮਿਨਿਸਟ੍ਰੇਸ਼ਨ, ਉਹਨੇ ਲਾਏ ਆ। ਤੇ ਤੁਹਾਨੂੰ ਪਤਾ ਹੀ ਆ ਵੀ ਉਹ ਜਿਹੜੀ ਐਡਮਿਨਿਸਟ੍ਰੇਸ਼ਨ ਸੀ ਉਹ ਇਮੀਗ੍ਰੇਸ਼ਨ ਦੇ ਕਿੰਨੇ ਖਿਲਾਫ ਸੀਗੀ। ਤੇ ਇਹਦੇ ਕਰਕੇ ਇਹ ਉਸ ਲਾਈਟ ਦੇ ਵਿੱਚ ਇਹ ਆਪਾਂ ਕੇਸ ਦੇਖੀਏ ਤਾਂ ਬੜਾ ਇੰਪੋਰਟੈਂਟ ਆ। ਤੇ ਇਹਦੇ ਨਾਲ ਨਾਲ ਜਿਹੜੀ ਹੋਰ ਦੂਜੀ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ ਅਮਰੀਕਾ ਸਰਕਾਰ ਨੇ ਜਿਹੜੀ ਇੰਡੀਆ ਦੇ ਵਿੱਚ ਜਿਹੜੀਆਂ ਟਰੈਵਲ ਰਿਸਟ੍ਰਿਕਸ਼ਨਸ ਨੇ ਉਹ ਲਾ ਦਿੱਤੀਆਂ ਨੇ ਅੱਜ ਤੋਂ। ਤੇ ਉਹਨਾਂ ਨੇ ਕਿਹਾ ਵੀ 4 ਮਈ ਤੋਂ ਬਾਅਦ ਜਿਹੜੇ ਬੰਦੇ ਇੰਡੀਆ ਤੋਂ ਅਮਰੀਕਾ ਆਉਣਗੇ ਉਹਨਾਂ ਦੇ ਰਿਸਟ੍ਰਿਕਸ਼ਨਸ ਹੋਣਗੀਆਂ। ਸੋ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਹੈਗੀਆਂ ਜ਼ਿਆਦਾਤਰ ਉਹ ਮੇਰਾ ਖਿਆਲ ਆ ਵਿਜ਼ਟਰ ਵੀਜ਼ੇ ਵਾਲਿਆਂ ਤੇ ਹੋਣਗੀਆਂ, ਦੂਜਿਆਂ ਤੇ ਵੀ ਹੋ ਸਕਦੀਆਂ। ਸੋ ਸਾਰਿਆਂ ਨੂੰ ਬੇਨਤੀ ਆ ਵੀ ਜਿਹੜੇ ਇੱਥੋਂ ਇੰਡੀਆ ਗਏ ਨੇ, ਚਾਹੇ ਉਹ ਗ੍ਰੀਨ ਕਾਰਡ ਹੋਲਡਰ ਨੇ, ਸਿਟੀਜ਼ਨ ਨੇ, ਉਹ 4 ਮਈ ਤੋਂ ਪਹਿਲਾਂ ਆ ਜਾਣ। ਕਿਉਂਕਿ ਜੇ ਰਿਸਟ੍ਰਿਕਸ਼ਨਸ ਲੱਗ ਗਈਆਂ ਤਾਂ ਉਹਨਾਂ ਨੂੰ ਓਵਰਸਟੇ ਦੀ ਪ੍ਰੋਬਲਮ ਆਏਗੀ। ਕਿਉਂਕਿ ਜੇ ਕਿਸੇ ਨੇ ਗ੍ਰੀਨ ਕਾਰਡ ਹੋਲਡਰ ਆ, ਉਹਨੂੰ 2 ਸਾਲ ਦੀ ਪਰਮਿਸ਼ਨ ਤੇ ਗਿਆ, 2 ਸਾਲ ਪੂਰੇ ਹੋਣ ਵਾਲੇ ਆ, ਜੇ ਉਹ ਟਾਈਮ ਤੇ ਨਹੀਂ ਆਉਂਦਾ ਤਾਂ ਉਹਦਾ ਉਹ ਗ੍ਰੀਨ ਕਾਰਡ ਜਿਹੜਾ ਉਹ ਕੈਂਸਲ ਵੀ ਹੋ ਸਕਦਾ। ਜਾਂ ਜਿਹਨੂੰ ਸਾਲ ਉੱਥੇ ਗਏ ਨੂੰ ਹੋ ਗਿਆ ਬਿਨਾਂ ਪਰਮਿਸ਼ਨ ਤੋਂ, ਤੇ ਉਹਦੇ ਕੋਲੇ ਕੋਈ 2 ਸਾਲ ਦੀ ਪਰਮਿਸ਼ਨ ਨਹੀਂ ਗਈ ਪਰ ਉਹਨੂੰ ਸਾਲ ਹੋਣ ਵਾਲਾ ਪੂਰਾ ਉੱਥੇ ਗਏ ਨੂੰ, ਤਾਂ ਉਹਦਾ ਗ੍ਰੀਨ ਕਾਰਡ ਜੇ ਸਾਲ ਤੋਂ ਉੱਤੇ ਰਹਿ ਗਿਆ ਕੈਂਸਲ ਹੋ ਸਕਦਾ। ਇਸ ਕਰਕੇ ਉਹ ਸਾਰਿਆਂ ਨੂੰ ਬੇਨਤੀ ਆ ਵੀ 4 ਮਈ ਤੋਂ ਪਹਿਲਾਂ ਆ ਜਾਣ। ਕਿਉਂਕਿ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਇਹ ਅਮਰੀਕਾ ਨੇ ਇੰਡੀਆ ਤੋਂ ਆਉਣ ਦੇ ਲੋਕਾਂ ਤੇ ਉਹ ਲਾ ਦਿੱਤੀਆਂ ਨੇ, ਜਿਹੜੀਆਂ ਕਿ 4 ਮਈ ਤੋਂ ਲਾਗੂ ਹੋਣਗੀਆਂ। ਇਹਦੇ ਨਾਲ ਜਿਹੜਾ ਹੋਰ ਇੱਕ ਇੰਪੋਰਟੈਂਟ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਉਹ ਹੈਗੀ ਵੀਜ਼ਾ ਬੁਲਟਨ ਦੀ। ਹੁਣ ਵੀਜ਼ਾ ਬੁਲਟਨ ਜਿਹੜਾ ਮਈ ਵਾਲਾ ਆ ਗਿਆ, ਇਹਦੇ ਵਿੱਚ ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿੰਦਾ ਵੀ ਕੀ ਜਿਹੜੀਆਂ ਹੈਗੀਆਂ ਡਿਫਰੈਂਟ ਕੈਟੇਗਰੀ, ਜਿਵੇਂ ਕਿ ਜਿਹੜੀ ਫੈਮਿਲੀ ਇਮੀਗ੍ਰੇਸ਼ਨ ਦੀਆਂ ਕੈਟੇਗਰੀਜ਼ ਨੇ ਉਹਨਾਂ ਦੇ ਕੀ ਡੇਟਾਂ ਚੱਲ ਰਹੀਆਂ ਨੇ। ਜਿਹੜੀ F1 ਕੈਟੇਗਰੀ ਤੇ ਚੱਲ ਰਹੀ ਹੈ 22 ਅਕਤੂਬਰ 2014, F2A ਕੈਟੇਗਰੀ ਕਰੰਟ ਆ, F2B ਕੈਟੇਗਰੀ ਤੇ ਚੱਲ ਰਹੀ ਹੈ 15 ਅਗਸਤ 2015, F3 ਕੈਟੇਗਰੀ ਜਿਹੜੀ ਕਿ US ਸਿਟੀਜ਼ਨ ਦੇ ਜਿਹੜੇ ਹੈਗੇ ਮੈਰਿਡ ਬੱਚਿਆਂ ਦੀ ਆ ਉੱਥੇ ਚੱਲ ਰਿਹਾ ਜੀ 22 ਅਗਸਤ 2008। ਜਿਹੜੀ F4 ਕੈਟੇਗਰੀ ਹੈਗੀ ਆ ਉਹ ਹੈਗੀ ਆ ਜਿਹੜੇ US ਸਿਟੀਜ਼ਨ ਦੇ ਭੈਣ ਭਰਾ ਦਾ ਅਪਲਾਈ ਕੀਤਾ, ਉੱਥੇ ਚੱਲ ਰਿਹਾ 15 ਅਪ੍ਰੈਲ 2015। ਸੋ ਇਹ ਜਿਹੜੀ ਹੈਗੀ ਆ ਮਤਲਬ ਡੇਟਾਂ ਚੱਲ ਰਹੀਆਂ ਨੇ। ਤੇ ਇਹਦੇ ਨਾਲ ਜਿਹੜੀਆਂ ਉਹ ਡੇਟਾਂ ਜਦੋਂ ਕਿ ਜਿਹੜੀ NVC ਹੈਗੀ ਨੈਸ਼ਨਲ ਵੀਜ਼ਾ ਸੈਂਟਰ ਉਹ ਪੇਪਰ ਲੈ ਰਿਹਾ, ਡਾਕੂਮੈਂਟ ਲੈ ਰਿਹਾ ਤੇ ਅਜੇ ਇੰਟਰਵਿਊ ਤਾਂ ਨਹੀਂ ਆਈ, ਉਹ ਡੇਟਾਂ ਕਿਹੜੀਆਂ ਨੇ ਉਹ F1 ਕੈਟੇਗਰੀ ਦੀ ਹੈਗੀ ਆ ਅਕਤੂਬਰ 1 2015, F2A ਦੀ ਹੈਗੀ ਆ 1 ਅਪ੍ਰੈਲ 2021, F2B ਦੀ ਹੈਗੀ ਆ 22 ਜੂਨ 2016, F3 ਦੀ ਹੈਗੀ ਆ ਜੀ 22 ਜੂਨ 2009 ਤੇ F4 ਦੀ ਹੈਗੀ ਆ ਦਸੰਬਰ 1 2005। ਤੇ ਇਹਨਾਂ ਕੈਟੇਗਰੀਆਂ ਦੇ ਜਿਹੜੇ ਡਾਕੂਮੈਂਟਸ ਲੈ ਰਹੇ ਨੇ ਉਹਦਾ ਮਤਲਬ ਹੈ ਵੀ ਜੇ ਕਿਸੇ ਨੇ ਫਰਜ਼ ਕਰੋ ਆਪਣੇ ਭਰਾ ਭੈਣ ਦਾ ਅਪਲਾਈ ਅਕਤੂਬਰ ਨਵੰਬਰ ਜਾਂ ਦਸੰਬਰ 2005 ਤੱਕ ਕੀਤਾ ਤਾਂ ਉਹਨੂੰ NVC ਉਹਦੇ ਕੋਲ ਡਾਕੂਮੈਂਟਸ ਮੰਗੇਗਾ, ਜਿਹਦੇ ਵਿੱਚ ਕਿ ਐਫੀਡੇਵਿਟ ਆਫ ਸਪੋਰਟ ਹੋ ਗਿਆ, ਉਹਦੇ ਨਾਲ ਜਿਹੜੀਆਂ ਫੀਸਾਂ ਵੀਜ਼ਾ ਫੀਸਾਂ ਉਹ ਹੋ ਗਈਆਂ, ਜਾਂ ਜਿਹੜੇ ਹੈਗੇ ਆ ਸਿਵਲ ਡਾਕੂਮੈਂਟਸ ਹੋ ਗਏ, ਪੁਲਿਸ ਕਲੀਅਰੈਂਸ, ਪਾਸਪੋਰਟ ਕਲੀਅਰੈਂਸ ਰਿਪੋਰਟ, ਉਸ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਪਾਸਪੋਰਟ ਦੀਆਂ ਕਾਪੀਆਂ, ਮੈਰਿਜ ਸਰਟੀਫਿਕੇਟ ਦੀਆਂ ਕਾਪੀਆਂ, ਬਰਥ ਸਰਟੀਫਿਕੇਟ, ਇਹ ਸਾਰੇ ਡਾਕੂਮੈਂਟਸ ਜਿਹੜੇ ਨੇ ਉਹ ਮਤਲਬ ਮੰਗੇ ਜਾ ਰਹੇ ਨੇ। ਹੁਣ ਇਹ ਕੈਟੇਗਰੀਜ਼ ਇੰਨੀਆਂ ਜ਼ਿਆਦਾ ਮੂਵ ਨਹੀਂ ਹੋਈਆਂ ਕਿਉਂਕਿ ਜਿਹੜਾ April ਦਾ ਵੀਜ਼ਾ ਬੁਲਟਨ ਹੈ ਉਹਦੇ 'ਚ ਜੇ ਆਪਾਂ ਦੇਖੀਏ ਤਾਂ ਤੇ ਇਹਨੂੰ ਆਪਾਂ ਕੰਪੇਅਰ ਕਰੀਏ ਮਈ ਵਾਲੇ ਨਾਲ, ਤਾਂ April ਦੇ ਵਿੱਚ ਜਿਹੜੀ F4 ਕੈਟੇਗਰੀ ਆ ਉਹਦਾ ਚੱਲ ਰਿਹਾ ਸੀਗਾ 8 ਅਪ੍ਰੈਲ 2005 ਤੇ ਹੁਣ ਚੱਲ ਰਿਹਾ 15 ਅਪ੍ਰੈਲ 2005। ਤੇ ਜਿਹੜੀ F3 ਕੈਟੇਗਰੀ ਆ ਇਹਦਾ ਚੱਲ ਰਿਹਾ ਸੀਗਾ 8 ਅਗਸਤ 2008 ਤੇ ਹੁਣ ਚੱਲ ਰਿਹਾ 22 ਅਗਸਤ 2008। F2B ਕੈਟੇਗਰੀ ਚੱਲ ਰਿਹਾ ਸੀ 15 ਅਗਸਤ 2015 ਤੇ ਹੁਣ ਚੱਲ ਰਿਹਾ ਜੀ 8 ਅਗਸਤ 2000 ਮਤਲਬ ਪਹਿਲਾਂ ਚੱਲ ਰਿਹਾ ਸੀ 8 ਅਗਸਤ 2015, ਹੁਣ ਚੱਲ ਰਿਹਾ 15 ਅਗਸਤ 2015। ਇਹ ਤੋਂ ਪਹਿਲਾਂ ਜਿਹੜੀ F1 ਕੈਟੇਗਰੀ ਆ ਉਹ 'ਚ ਚੱਲ ਰਿਹਾ ਸੀਗਾ 8 ਅਕਤੂਬਰ 2014 ਤੇ ਹੁਣ ਚੱਲ ਰਿਹਾ 22 ਅਕਤੂਬਰ 2014। ਸੋ ਹਫ਼ਤਾ 10-10 ਦਿਨ ਕੈਟੇਗਰੀਆਂ ਮੂਵ ਹੋਈਆਂ ਤੇ ਉਹ ਜਿਹੜੇ ਹਾਲਾਤ ਨੇ ਉਹਦੇ ਕਰਕੇ ਆ। ਤੇ ਸਾਨੂੰ ਉਮੀਦ ਸੀ ਵੀ ਜ਼ਿਆਦਾ ਜਿਹੜੀ ਹੈਗੀ ਕੈਟੇਗਰੀ ਮੂਵ ਹੋਊਗੀ, ਜ਼ਿਆਦਾ ਤੇਜ਼ ਚੱਲੂਗਾ, ਪਰ ਉਹ ਜ਼ਿਆਦਾ ਤੇਜ਼ ਨਹੀਂ ਚੱਲ ਸਕਿਆ। ਪਰ ਇੰਨਾ ਹੈ ਵੀ ਮੂਵ ਜ਼ਰੂਰ ਹੋਈਆਂ ਨੇ ਕਿਉਂਕਿ ਇਹਨਾਂ ਕੈਟੇਗਰੀਆਂ ਤੁਹਾਨੂੰ ਪਤਾ ਵੀ ਇਹ ਪਿਛਲੀ ਸਰਕਾਰ ਨੇ ਬੰਦ ਕੀਤੀਆਂ ਸੀਗੀਆਂ
ਤੇ ਇਹ ਫਰਵਰੀ 'ਚ ਸ਼ੁਰੂ ਹੋਈਆਂ ਦੁਬਾਰਾ ਚੱਲਣੀਆਂ, ਤੋਂ ਹੁਣ ਚੱਲ ਪਈਆਂ ਨੇ ਪਰ ਸਲੋ ਆ। ਤੇ ਇਹ ਹੁਣ ਦੇਖਦੇ ਹਾਂ ਕਿ ਅਗਲੇ ਆਉਂਦੇ ਮਹੀਨਿਆਂ ਦੇ ਵਿੱਚ ਕਿੰਨਾ ਕੁ ਤੇਜ਼ ਹੁੰਦੀਆਂ ਨੇ। ਇਹਦੇ ਨਾਲ ਜਿਹੜੀ ਹੋਰ ਇੱਕ ਇੰਪੋਰਟੈਂਟ ਖਬਰ ਆ ਉਹ ਨਿਊਯਾਰਕ ਸਿਟੀ ਤੋਂ ਆ ਕਿ ਨਿਊਯਾਰਕ ਸਿਟੀ ਜਿਹੜੀ ਆ ਉਹ 100% ਰੀਓਪਨ ਹੋ ਜੂਗੀ ਜੁਲਾਈ 1 ਤੋਂ। ਸੋ ਉੱਥੋਂ ਦੇ ਮੇਅਰ ਨੇ ਕਿਹਾ ਵੀ ਜੁਲਾਈ 1 ਤੋਂ ਸਿਟੀ ਰੀਓਪਨ ਹੋ ਜੂਗੀ। ਇਹਦਾ ਅਸਰ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਕੋਟਾਂ ਨਿਊਯਾਰਕ ਉੱਤੇ ਵੀ ਪੈਣਾ, ਕਿਉਂਕਿ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਕੋਟਾਂ ਨੇ ਨਿਊਯਾਰਕ ਦੇ ਵਿੱਚ ਉਹ ਮਤਲਬ ਬੰਦ ਨੇ ਬਹੁਤ ਦੇਰ ਤੋਂ, ਪਿਛਲੇ ਸਾਲ ਤੋਂ ਹੀ। ਤੇ ਉਹਨਾਂ ਨੇ ਹੁਣ ਮਈ 18 ਤੱਕ ਕਿਹਾ ਵੀ ਮਈ 18 ਤੋਂ ਬਾਅਦ ਕੋਰਟ ਖੁੱਲੂਗੀ, ਉਹ ਤੱਕ ਪੋਸਟਪੋਨ ਕਰਤੀਆਂ। ਹੁਣ ਜੁਲਾਈ ਤੋਂ ਜੇ ਸਾਰੀ ਸਿਟੀ ਖੁੱਲ੍ਹਦੀ ਆ ਫਿਰ ਜਿਹੜੀ ਕੋਰਟ ਆ ਉਹ ਵੀ ਖੁੱਲ੍ਹੇਗੀ। ਸੋ ਇਹ ਇੱਕ ਚੰਗੀ ਜਿਹੜੀ ਹੈਗੀ ਆ ਇਹ ਖਬਰ ਹੈਗੀ ਆ। ਤੇ ਇਹਦੇ ਨਾਲ ਜਿਹੜੀ ਹੋਰ ਇੱਕ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜੀ US ਕਾਂਗਰਸ ਆ ਉਹਦੇ ਜਿਹੜੇ ਜੁਆਇੰਟ ਸੈਸ਼ਨ ਨੂੰ ਐਡਰੈਸ ਕੀਤਾ ਇਸ ਵੀਕ, ਤੇ ਉਹਨਾਂ ਨੇ ਉਹਦੇ ਵਿੱਚ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਦੀ ਬੜੀ ਜਿਹੜੀ ਸ਼ਲਾਘਾ ਕੀਤੀ ਆ। ਤੇ ਉਹਨਾਂ ਨੂੰ ਕਿਹਾ ਕਾਂਗਰਸ ਨੂੰ ਵੀ ਜਿਹੜੇ ਲਾ ਹੈਗੇ ਬਿੱਲ ਜਿਹੜੇ ਨੇ ਉਹ ਪਾਸ ਕਰੋ। ਤੇ ਉਹਨਾਂ ਨੇ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਬੋਲਦਿਆਂ ਇਹ ਕਿਹਾ ਕਿ ਇਮੀਗ੍ਰੈਂਟਸ ਹੈਵ ਡਨ ਸੋ ਮਚ ਫॉर ਅਮਰੀਕਾ ਡਿਊਰਿੰਗ ਦਿਸ ਪੈਂਡੈਮਿਕ ਐਂਡ ਥਰੂ ਆਊਟ ਆਵਰ ਹਿਸਟਰੀ ਦ ਕੰਟਰੀ ਸਪੋਰਟਸ ਇਮੀਗ੍ਰੇਸ਼ਨ ਰਿਫਾਰਮ ਐਂਡ ਵੀ ਸ਼ੁੱਡ ਐਕਟ। ਉਹਨਾਂ ਨੇ ਕਿਹਾ ਵੀ ਜੋ ਇਮੀਗ੍ਰੈਂਟਸ ਨੇ ਪੈਂਡੈਮਿਕ ਦੇ ਵਿੱਚ ਅਮਰੀਕਾ ਦੇ ਵਿੱਚ ਰੋਲ ਪਲੇ ਕੀਤਾ, ਤਾਂ ਜਿਵੇਂ ਸਾਡੀ ਸਾਰੀ ਹਿਸਟਰੀ ਦੇ ਵਿੱਚ ਜੋ ਰੋਲ ਆ ਉਹ ਬੜਾ ਸ਼ਲਾਘਾਯੋਗ ਆ। ਤੇ ਜਿਹੜੀ ਸਾਡੀ ਕੰਟਰੀ ਆ ਅਮਰੀਕਨ ਜਿਹੜੇ ਜ਼ਿਆਦਾ ਲੋਕ ਨੇ ਉਹ ਸਪੋਰਟ ਕਰਦੇ ਨੇ ਅਮਰੀਕਨ ਜਿਹੜਾ ਇਮੀਗ੍ਰੇਸ਼ਨ ਰਿਫਾਰਮ ਹੈ, ਤਾਂ ਸਾਨੂੰ ਜਲਦੀ ਐਕਟ ਕਰਨਾ ਚਾਹੀਦਾ। ਇਹਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਨੀਡਸ ਟੂ ਪਾਸ legislation this year to finally secure protection for dreamers, the young people who have only known America as their home, and permanent protections for immigrants who are here on TPS status, who came from countries beset by man-made and natural made violence and disaster, as well as pathway to citizenship for farm workers who put food on our tables. ਸੋ ਬੇਸਿਕਲੀ ਉਹਨਾਂ ਨੇ ਕਿਹਾ ਵੀ ਜਿਹੜੇ 2 ਬਿੱਲ ਹਾਊਸ ਨੇ ਪਾਸ ਕਰਕੇ ਸੈਨੇਟ 'ਚ ਭੇਜੇ ਸੀ, ਇੱਕ ਜਿਹੜੇ ਬੱਚੇ 18 ਸਾਲ ਤੋਂ ਘੱਟ ਆ ਉਹਨਾਂ ਨੂੰ ਸਟੇਟਸ ਦੇਣ ਲਈ, ਤੇ ਇੱਕ ਜਿਹੜੇ ਐਗਰੀਕਲਚਰ ਵਰਕਰ ਹੈ ਇਹ ਜਲਦੀ ਪਾਸ ਕੀਤੇ ਜਾਣ, ਕਿਉਂਕਿ ਇਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਹੋਰ ਕਿਸੇ ਜਗ੍ਹਾ ਦਾ ਪਤਾ ਨਹੀਂ, ਅਮਰੀਕਾ ਦਾ ਹੀ ਪਤਾ ਵੀ ਉਹਨਾਂ ਦਾ ਘਰ ਹੈ। ਤੇ ਜਿਹੜੇ ਮਤਲਬ ਖੇਤਾਂ 'ਚ ਕੰਮ ਕਰਦੇ ਨੇ ਫਾਰਮ ਵਰਕਰ, ਉਹ ਵੀ ਸਾਡੇ ਟੇਬਲ 'ਤੇ ਫੂਡ ਰੱਖਦੇ ਨੇ, ਉਹਨਾਂ ਦੀ ਬੜੀ ਸੇਵਾ ਅਮਰੀਕਾ ਲਈ। ਇਸ ਕਰਕੇ ਜਿਹੜੇ TPS ਸਟੇਟਸ ਦੇ ਨੇ ਉਹਨਾਂ ਨਾਲ ਵੀ ਬੜੇ ਜ਼ੁਲਮ ਹੋਏ ਨੇ ਆਪਣੇ ਮੁਲਕਾਂ ਜਿਹੜੇ ਆਏ ਆ, ਤੇ ਇਸ ਕਰਕੇ ਇਹਨਾਂ ਨੂੰ ਜਿੰਨੀ ਜਲਦੀ ਜਿਹੜਾ ਪੱਕਾ ਕੀਤਾ ਜਾਵੇ ਉਹ ਜਿਹੜੇ ਬਿੱਲ ਹੈਗੇ ਪਾਸ ਹੋਣ ਤਾਂ ਕਿ ਇਹਨਾਂ ਨੂੰ ਸਟੇਟਸ ਮਿਲੇ, ਇਹ ਛੇਤੀ ਹੋਣਾ ਚਾਹੀਦਾ। ਸੋ ਇਹ ਬਹੁਤ ਹੀ ਜਿਹੜੀ ਹੈਗੀ ਆ ਉਹਨਾਂ ਨੇ ਆਪਣਾ ਜਿਹੜਾ ਐਡਰੈਸ ਕੀਤਾ ਕਾਂਗਰਸ ਨੂੰ, ਉਹਦੇ ਵਿੱਚ ਇਮੀਗ੍ਰੇਸ਼ਨ ਬਾਰੇ ਗੱਲ ਕੀਤੀ ਆ, ਬਹੁਤ ਚੰਗੀ ਗੱਲ ਹੈ। ਇਹਦੇ ਨਾਲ ਹੁਣ ਸ਼ੋਅ ਹੁੰਦਾ ਵੀ ਸਰਕਾਰ ਜਿਹੜੀ ਹੈ ਇਮੀਗ੍ਰੇਸ਼ਨ ਰਿਫਾਰਮ ਦੇ ਲਈ ਸੀਰੀਅਸ ਆ। ਸੋ ਇਹ ਸੀਗੀਆਂ ਕੁਝ ਖਬਰਾਂ, ਤੇ ਹੁਣ ਸਮਾਂ ਹੋ ਗਿਆ ਤੁਹਾਡੇ ਕੁਝ ਸਵਾਲਾਂ ਦੇ ਜਵਾਬ ਦੇਣ ਦਾ। ਤੇ ਹੁਣ ਜਿਹੜਾ ਪਹਿਲਾ ਸਵਾਲ ਆ ਮੇਰੇ ਕੋਲ ਆ, ਉਹਨਾਂ ਨੇ ਕਿਹਾ ਕਿ ਸਰ ਮੇਰੀ ਸਿਸਟਰ ਦਾ 2006 ਅਗਸਤ ਅਪਲਾਈ ਕੀਤਾ ਤੇ ਕਿੰਨਾ ਟਾਈਮ ਲੱਗੂਗਾ। ਦੇਖੋ ਜੀ, ਜਿਹੜਾ ਹੁਣ ਮਈ ਵਾਲਾ ਵੀਜ਼ਾ ਬੁਲੇਟਿਨ ਆਇਆ ਇਹਦੇ ਬਾਰੇ ਮੈਂ ਤੁਹਾਨੂੰ ਹੁਣੇ ਹੀ ਜਿਹੜਾ ਹੈਗਾ ਦੱਸ ਕੇ ਹਟਿਆ ਵੀ ਉੱਥੇ ਜਿਹੜਾ ਹੁਣ ਚੱਲ ਰਿਹਾ F4 ਕੈਟਾਗਰੀ ਉਹ 15 ਅਪ੍ਰੈਲ 2005 ਚੱਲ ਰਿਹਾ। ਤੇ ਇਹ ਹੁਣ ਤੁਸੀਂ 6 'ਚ ਅਪਲਾਈ ਕੀਤਾ ਤਾਂ ਸਾਲ ਹੋਰ ਲੱਗ ਸਕਦਾ, ਪਰ ਦਸੰਬਰ ਤੱਕ ਦੇ ਜਿਹੜੇ ਹੈਗੇ ਆ 5 ਤੱਕ ਦੇ ਪੇਪਰ ਮੰਗਣੇ ਸ਼ੁਰੂ ਕਰਤੇ NVC ਨੇ, ਤੇ ਹੋਰ 3-4 ਮਹੀਨੇ ਤੱਕ ਹੋ ਸਕਦਾ ਤੁਹਾਡੇ ਕੋਲੋਂ ਪੇਪਰ ਮੰਗ ਲੈਣ ਉਹ, ਲੇਕਿਨ ਅਜੇ ਸਾਲ ਹੋਰ ਲੱਗ ਸਕਦਾ। ਪਰ ਕੈਟਾਗਰੀ ਸਲੋ ਹੈਗੀ ਹੈ, ਜ਼ਿਆਦਾ ਟਾਈਮ ਵੀ ਲੱਗ ਸਕਦਾ। ਅਗਲਾ ਸਵਾਲ ਹੈ ਸਰ ਮੈਂ ਇੰਡੀਆ ਤੋਂ ਆ, ਮੇਰੇ ਹਸਬੈਂਡ US ਸਿਟੀਜ਼ਨ ਨੇ, ਮੇਰੇ ਹਸਬੈਂਡ ਨੇ 2020 ਵਿੱਚ ਮੇਰਾ ਅਪਲਾਈ ਕੀਤਾ ਸੀ ਤੇ ਲੈਟਰ ਮੈਨੂੰ 2020 ਅਗਸਤ 'ਚ ਆ ਗਈ ਸੀ ਤੇ ਕੋਈ ਅਪਡੇਟ ਨਹੀਂ ਆਈ। ਦੇਖੋ ਇਸ ਕੈਟਾਗਰੀ ਨੂੰ ਕਦੇ ਬੰਦ ਨਹੀਂ ਕੀਤਾ ਗਿਆ। ਜਿਹੜੀ ਇਹ ਫਸਟ ਪ੍ਰੈਫਰੈਂਸ ਕੈਟਾਗਰੀ ਆ ਜਿਹੜੀ US ਸਿਟੀਜ਼ਨ ਤੇ ਹਸਬੈਂਡ ਵਾਈਫ ਦੀ ਆ, ਤੁਹਾਡਾ ਜੁਲਾਈ 2020 'ਚ ਅਪਲਾਈ ਹੋਇਆ ਤੇ ਇਹਦੇ 'ਚ ਜਿਹੜੀ ਹੈਗੀ ਆ ਉਹ ਅੱਗੇ ਨਾਲੋਂ ਸਲੋ ਤਾਂ ਹੈਗੀ ਆ, ਪਰ ਕਾਰਵਾਈ ਹੋਣੀ ਚਾਹੀਦੀ ਆ। ਤੁਸੀਂ ਅੰਬੈਸੀ ਨਾਲ ਤਾਂ ਨਹੀਂ, ਇੱਥੇ ਜਿਹੜੀ USCIS ਨਾਲ ਸੰਪਰਕ ਕਰੋ, ਕੋਈ ਕੇਸ ਅਜੇ ਅੰਬੈਸੀ 'ਚ ਗਿਆ ਹੀ ਨਹੀਂ, ਤੇ ਇਹਨਾਂ ਨਾਲ ਸੰਪਰਕ ਕਰੋ ਤਾਂ ਕਿ ਇਹਦੀ ਅਪਰੂਵਲ ਆਵੇ। ਅਪਰੂਵਲ ਤੋਂ ਬਾਅਦ ਇਹ ਕੇਸ NVC ਜਾਏਗਾ, ਫਿਰ ਅੱਗੇ ਇਹ ਅੰਬੈਸੀ ਜਾਏਗਾ। ਸੋ ਤੁਹਾਨੂੰ ਉਹਨਾਂ ਨਾਲ ਸੰਪਰਕ ਕਰਨਾ ਚਾਹੀਦਾ। ਤੇ ਅੱਗੇ ਇੱਕ ਹੋਰ ਸਵਾਲ ਆ, ਉਹ ਕਹਿੰਦੇ ਸਰ ਸਾਡਾ F4 2007 'ਚ ਅਪਲਾਈ ਕੀਤਾ ਸੀਗਾ ਤੇ ਹੁਣ ਅਸੀਂ ਵਿਜ਼ਟਰ ਵੀਜ਼ਾ ਜਿਹੜਾ ਉਹ ਕਰਨਾ ਚਾਹੁੰਦੇ, ਮਿਲ ਜੂਗਾ। ਦੇਖੋ ਜਦੋਂ ਤੁਸੀਂ F4 ਕੈਟਾਗਰੀ ਜਿਹੜੀ ਭਰਾ ਭੈਣ ਦੀ ਕੈਟਾਗਰੀ ਆ ਉਹਦੇ ਅੰਡਰ ਅਪਲਾਈ ਕੀਤਾ ਇਮੀਗ੍ਰੈਂਟ ਵੀਜ਼ੇ ਲਈ, ਤੇ ਜਦੋਂ ਇਹੋ ਜਿਹਾ ਤੁਸੀਂ ਅਪਲਾਈ ਕਰਨਾ ਤੁਹਾਨੂੰ ਅਮਰੀਕਾ ਦਾ ਵਿਜ਼ਟਰ ਵੀਜ਼ਾ ਆਮ ਤੌਰ 'ਤੇ ਨਹੀਂ ਮਿਲਦਾ, ਕਿਉਂਕਿ ਜਿਹੜਾ ਵਿਜ਼ਟਰ ਵੀਜ਼ਾ ਉਹਨਾਂ ਨੂੰ ਮਿਲਦਾ ਜਿਹੜੇ ਬੰਦੇ ਨੇ ਵਾਪਸ ਮੁੜਨਾ ਹੁੰਦਾ। ਜਦੋਂ ਆਪਾਂ ਅਪਲਾਈ ਕਰਦੇ ਹਾਂ ਤਾਂ ਮਤਲਬ ਸਾਡੀ ਇੰਟੈਂਸ਼ਨ ਇੱਥੇ ਰਹਿਣ ਦੀ ਆ, ਤੇ ਉਹਦੇ ਕਰਕੇ ਵਿਜ਼ਟਰ ਵੀਜ਼ਾ ਮਿਲਣ ਦੇ ਚਾਂਸ ਇੰਨੇ ਜ਼ਿਆਦਾ ਨਹੀਂ ਹੈਗੇ, ਤੇ ਜੇ ਟਰਾਈ ਕਰੋਗੇ ਨਾ ਹੋ ਸਕਦੀ ਆ। ਤੇ ਇੱਕ ਹੋਰ ਕੇਸ ਉਹਨਾਂ ਨੇ ਕਿਹਾ ਜੀ F4 ਕੈਟਾਗਰੀ ਦੇ ਵਿੱਚ ਗ੍ਰੀਨ ਕਾਰਡ ਦੀ ਕੀ ਫੀਸ। ਦੇਖੋ F4 ਆਪਾਂ ਅਪਲਾਈ ਕਰਦੇ ਹਾਂ, ਜਿਹੜੀ I-130 ਦੀ ਅੱਜ ਫੀਸ ਆ ਉਹ ਤਾਂ $535 ਆ,
ਤੇ ਉਹ ਇੱਕ ਜਦੋਂ ਅਪਲਾਈ ਕਰਦੇ ਆ ਬੰਦੇ ਦੀ, ਤੇ ਉਸ ਤੋਂ ਬਾਅਦ ਇੱਕ ਕੇਸ ਦੇ ਵਿੱਚ ਜਦੋਂ ਆਪਾਂ ਭਰਾ ਭੈਣ ਦਾ ਕਰਦੇ ਆ, ਉਹਦੇ 'ਚ ਹਸਬੈਂਡ ਵਾਈਫ ਜਿਹੜੇ ਤੁਹਾਡੇ ਭਰਾ ਹੈਗਾ ਉਹ ਜਾਂ ਭੈਣ ਆ ਉਹਦੀ ਵਾਈਫ ਜਾਂ ਹਸਬੈਂਡ ਤੇ ਬੱਚੇ ਕਵਰ ਹੋ ਜਾਂਦੇ ਨੇ। ਉਹ ਮਤਲਬ $535 ਫੀਸ ਆ। ਉਸ ਤੋਂ ਬਾਅਦ ਉਹ ਕੇਸ ਅਪਰੂਵ ਹੋ ਜਾਂਦਾ, ਫਿਰ ਅੱਗੇ NVC ਕੋਲ ਜਾਂਦਾ। NVC ਦੀਆਂ ਫੀਸਾਂ ਹੁੰਦੀਆਂ ਨੇ ਤੇ ਉਹ ਬਾਅਦ ਦੀ ਗੱਲ ਆ, ਪਰ ਪਹਿਲਾਂ ਜਦੋਂ ਅਪਲਾਈ ਕਰਦੇ ਆ $535 ਇੱਕ ਕੇਸ ਦੀ ਫੀਸ ਆ। ਇੱਕ ਹੋਰ ਸਵਾਲ ਹੈ ਜੀ, ਉਹਨਾਂ ਨੇ ਕਿਹਾ ਕਿ ਮੇਰੇ ਮਦਰ ਦਾ ਜਿਹੜਾ ਗ੍ਰੀਨ ਕਾਰਡ ਲਈ ਮੈਂ ਅਪਲਾਈ ਕੀਤਾ ਸੀ, ਇੰਟਰਵਿਊ 2020 'ਚ ਆਈ ਆ, ਉਦੋਂ ਬਾਅਦ ਜੀ ਅੰਬੈਸੀ ਬੰਦ ਹੋ ਗਈ ਤੇ ਫਿਰ ਇਹ ਕੇਸ ਤੇ ਬੈਨ ਲੱਗ ਗਿਆ। ਹੁਣ ਦੱਸੋ। ਦੇਖੋ ਇਸ ਤਰ੍ਹਾਂ ਹੈ ਕਿ ਜੇ ਉਹ ਜਿਹੜਾ ਬੈਨ ਸੀ ਉਹ ਖੁੱਲ੍ਹ ਗਿਆ, ਮਤਲਬ ਫਰਵਰੀ ਤੋਂ ਤੁਹਾਡੀਆਂ ਇੰਟਰਵਿਊਜ਼ ਹੁਣ ਆ ਸਕਦੀਆਂ ਨੇ, ਤਾਂ ਉਹਨਾਂ ਨਾਲ ਕੰਟੈਕਟ ਕਰੋ, ਤੁਸੀਂ ਉਹਨਾਂ ਨੂੰ ਈਮੇਲ ਕਰੋ ਤੇ ਹੁਣ ਇੰਟਰਵਿਊ ਜਿਹੜੀ ਹੈਗੀ ਆ ਉਹ ਆਏਗੀ। ਪਰ ਕੁਝ ਕਾਰਨਾਂ ਕਰਕੇ April ਤੇ ਮਈ ਦੇ ਵਿੱਚ ਇੰਟਰਵਿਊਜ਼ ਨਹੀਂ ਹੋ ਰਹੀਆਂ। ਇਸ ਤੋਂ ਬਾਅਦ ਜਦੋਂ ਇੰਟਰਵਿਊ ਆਉਣਗੀਆਂ ਤਾਂ ਆ ਸਕਦੀ ਹੈ। ਇੱਕ ਹੋਰ ਕੇਸ ਹੋਣਗਾ, ਸਾਡੇ ਬ੍ਰਦਰ ਨੇ ਅਪਲਾਈ ਕੀਤਾ ਸੀ 2005 'ਚ ਤੇ ਹੁਣ ਕਦੋਂ ਨਿਕਲੂਗਾ। ਦੇਖੋ 2005 ਹੀ ਚੱਲ ਰਿਹਾ ਤੇ ਮੈਂ ਦੱਸ ਕੇ ਹਟਿਆ ਕਿ ਹੁਣ 15 ਅਪ੍ਰੈਲ 2005 ਚੱਲ ਰਿਹਾ, ਤੇ ਜੇ ਤੁਹਾਡਾ ਉਹਨਾਂ ਨੇ ਦਸੰਬਰ 'ਚ ਅਪਲਾਈ ਕੀਤਾ ਤਾਂ ਤੁਹਾਡੇ ਕੋਲੋਂ ਹੁਣ NVC ਨੇ ਡਾਕੂਮੈਂਟਸ ਮੰਗ ਲੈਣੇ ਆ ਤੇ 5-6 ਮਹੀਨੇ ਹੋਰ ਲੱਗਣਗੇ, ਤੁਹਾਡੀ ਵਾਰੀ ਆਉਣੀ ਚਾਹੀਦੀ ਆ। ਇਹ ਤੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਉਹਨਾਂ ਨੇ ਇਹ ਕਿਹਾ ਕਿ ਸਾਡਾ ਕੇਸ F3 ਕੈਟਾਗਰੀ ਦੇ ਵਿੱਚ 2008 'ਚ 28 ਜੁਲਾਈ ਦਾ ਲੱਗਿਆ, ਕਿੰਨਾ ਟਾਈਮ ਲੱਗੂਗਾ। F3 ਕੈਟਾਗਰੀ 'ਚ ਹੁਣ ਚੱਲ ਰਿਹਾ ਜੀ 22 ਅਗਸਤ 2008, ਤੇ ਜੇ ਜੁਲਾਈ 8 'ਚ ਕੀਤਾ ਹੁਣ ਤਾਂ ਜਿਹੜੀ ਹੈਗੀ ਤੁਹਾਡੀ ਜਿਹੜੀ ਵਾਰੀ ਕਰੰਟ ਹੈਗੀ ਆ, ਤੇ ਤੁਸੀਂ NVC ਤੋਂ ਜੇ ਸਾਰੇ ਪੇਪਰ ਭੇਜ ਚੁੱਕੇ ਹੋ ਆਲਰੇਡੀ, ਤਾਂ ਫਿਰ ਅੰਬੈਸੀ ਨਾਲ ਕੰਟੈਕਟ ਕਰੋ, ਤੁਹਾਡੀ ਇੰਟਰਵਿਊ ਜਿਹੜੀ ਆਏਗੀ। ਪਰ ਅੰਬੈਸੀ ਨੇ ਇੰਟਰਵਿਊ ਜਿਹੜੀਆਂ ਹੈਗੀਆਂ ਮੁੰਬਈ ਅੰਬੈਸੀ ਨੇ ਉਹ April ਤੇ ਮਈ ਦੀਆਂ ਕੈਂਸਲ ਕਰਤੀਆਂ, ਉਸ ਤੋਂ ਬਾਅਦ ਆਉਣੀ ਚਾਹੀਦੀ ਆ। ਤੇ ਇਸ ਕਰਕੇ ਲੇਕਿਨ ਜੇ ਤੁਹਾਡਾ ਜੇ NVC ਕੋਲ ਹੀ ਹੋਣ ਵਾਲਾ ਪੇਪਰ ਵਰਕ ਤਾਂ ਉਹ ਕਰਨਾ ਜ਼ਰੂਰੀ ਹੈ। ਜੇ ਉੱਥੋਂ ਹੋ ਕੇ ਸਾਰਾ ਅੰਬੈਸੀ 'ਚ ਕੇਸ ਚੱਲ ਗਿਆ ਤਾਂ ਉਹਨਾਂ ਨੂੰ ਈਮੇਲ ਕਰੋ, ਤੁਹਾਡੀ ਇੰਟਰਵਿਊ ਆਉਣੀ ਚਾਹੀਦੀ ਹੈ। ਅਗਲਾ ਸਵਾਲ ਹੈ ਜੀ ਕਿ ਉਹਨਾਂ ਨੇ ਕਿਹਾ ਕਿ F2A ਕੈਟਾਗਰੀ ਦੇ ਵਿੱਚ ਕਿੰਨੇ ਚਾਂਸਿਸ ਹੁੰਦੇ ਆ ਵੀਜ਼ਾ ਲੈਣ ਲਈ ਇੰਟਰਵਿਊ ਵਿੱਚ, ਪਲੀਜ਼ ਰਿਪਲਾਈ ਕਰੋ। F2A ਕੈਟਾਗਰੀ ਜਿਹੜੀ ਹੈ ਜੀ, ਇਹ ਤਾਂ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਜਾਂ 21 ਸਾਲ ਤੋਂ ਘੱਟ ਬੱਚਿਆਂ ਦੀ ਆ, ਤੇ ਇਹਦੇ 'ਚ ਬੇਸਿਕਲੀ ਉਹ ਦੇਖਦੇ ਨੇ ਕਿ ਮੈਰਿਜ ਵੈਲਿਡ ਆ। ਜੇ ਮੈਰਿਜ ਜਿਹੜੀ ਆ ਉਹ ਵੈਲਿਡ ਹੈਗੀ ਆ, ਸੱਚੀ ਆ, ਤੁਹਾਡੇ ਕੋਲ ਪ੍ਰੂਫ ਹੈਗੇ ਨੇ ਕਿ ਤੁਹਾਡਾ ਵਿਆਹ ਰੀਅਲ ਆ, ਤੇ ਫਿਰ ਤਾਂ ਵੀਜ਼ਾ ਲੱਗਣ ਦੇ ਜਿਹੜੇ ਹੈਗੇ ਚਾਂਸ ਹੈਗੇ ਨੇ, ਇਹੋ ਜਿਹੀ ਕੋਈ ਗੱਲ ਨਹੀਂ। ਪਰ ਜੇ ਉਹਨਾਂ ਨੂੰ ਜਿਹੜੀ ਮੈਰਿਜ 'ਤੇ ਹੀ ਡਾਊਟ ਆ, ਇਮੀਗ੍ਰੇਸ਼ਨ ਨੂੰ ਸੋਚਦੀ ਆ ਵੀ ਵਿਆਹ ਪਤਾ ਨਹੀਂ ਕਿੱਦਾਂ ਦਾ, ਤਾਂ ਫਿਰ ਡਿਨਾਈ ਕੀਤਾ ਜਾ ਸਕਦਾ। ਤੇ ਇੱਕ ਹੋਰ ਹੈ ਜੀ, ਉਹਨਾਂ ਦਾ ਸਵਾਲ, ਉਹਨਾਂ ਨੇ ਮਤਲਬ ਪਹਿਲਾਂ ਤਾਂ ਸਾਡੇ ਪ੍ਰੋਗਰਾਮ ਨੂੰ ਬਹੁਤ ਲਾਈਕ ਕੀਤਾ। ਉਹ ਕਹਿੰਦੇ ਤੁਹਾਡਾ ਬੜਾ ਧੰਨਵਾਦ, ਤੁਸੀਂ ਇਹ ਪ੍ਰੋਗਰਾਮ ਕਰਦੇ ਹੋ। ਦੇਖੋ ਜੀ, ਮੈਨੂੰ ਬੜੀ ਖੁਸ਼ੀ ਆ ਕਿ ਮੈਂ ਆਪਣੀ ਕਮਿਊਨਿਟੀ ਦੇ ਜਿਹੜਾ ਹੈਗਾ ਉਹ ਮਤਲਬ ਸੇਵਾ ਕਰ ਸਕਦਾ ਤੇ ਮਤਲਬ ਕਿਸੇ ਕੰਮ ਆ ਸਕਦਾ ਕਮਿਊਨਿਟੀ ਦੇ। ਤੇ ਮੇਰੀ ਕੋਸ਼ਿਸ਼ ਹੁੰਦੀ ਆ ਵੀ ਜਿੰਨੀ ਵੀ ਇਨਫੋਰਮੇਸ਼ਨ ਜਿਹੜੀ ਸਰਲ ਸ਼ਬਦਾਂ ਵਿੱਚ ਦਿੱਤੀ ਜਾ ਸਕੇ। ਤੁਹਾਡਾ ਬੜਾ ਧੰਨਵਾਦ, ਤੇ ਤੁਸੀਂ ਵੱਧ ਤੋਂ ਵੱਧ ਇਸ ਜਿਹੜੀ ਵੀਡੀਓ ਨੂੰ ਉਹ ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ, ਤਾਂ ਕਿ ਹੋਰ ਬੰਦਿਆਂ ਨੂੰ ਵੀ ਇਹਦਾ ਫਾਇਦਾ ਹੋਵੇ। ਤੇ ਇਹਨਾਂ ਦਾ ਸਵਾਲ ਇਹ ਹੈ ਜੀ ਕਿ ਮੇਰੀ ਵਾਈਫ ਗ੍ਰੀਨ ਕਾਰਡ ਹੋਲਡਰ ਆ, ਉਹਨੇ ਸਾਡਾ I-130 ਜਿਹੜਾ ਕੇਸ ਆ ਉਹ F2A ਕੈਟਾਗਰੀ ਦੇ ਵਿੱਚ 16 ਮਾਰਚ 2021 ਨੂੰ ਲਾਇਆ ਹੋਇਆ, ਤੇ ਉਹਨੂੰ ਕਿੰਨਾ ਟਾਈਮ ਲੱਗੇਗਾ। ਦੇਖੋ ਜੀ, ਜੇ ਤੁਸੀਂ 16 ਮਾਰਚ 21 ਨੂੰ ਲਾਇਆ, ਇਹਨੂੰ ਟਾਈਮ ਲੱਗੇਗਾ ਕਿਉਂਕਿ ਇਹ ਤਾਂ ਹੁਣ ਪਹਿਲਾਂ ਇੱਥੇ ਸਰਵਿਸ ਸੈਂਟਰ 'ਚ ਗਿਆ, ਉਸ ਤੋਂ ਬਾਅਦ ਇਹਦੀ ਫਿਰ ਜਿਹੜੀ ਅਪਰੂਵਲ ਆਏਗੀ, ਫਿਰ ਉਸ ਤੋਂ ਬਾਅਦ NVC ਕੋਲ ਜਾਏਗਾ, ਤੇ ਅਪਰੂਵਲ ਆਉਣ ਨੂੰ 6 ਤੋਂ 8 ਮਹੀਨੇ ਲੱਗ ਸਕਦੇ ਆ, ਸਾਲ ਵੀ ਲੱਗ ਸਕਦਾ। ਸੋ ਡਿਪੈਂਡਿੰਗ ਔਨ ਕੀ ਸਿਚੁਏਸ਼ਨ ਆ, ਸੋ ਟਾਈਮ ਲੱਗੇਗਾ ਜੀ। ਤੇ ਇਸ ਤੋਂ ਬਾਅਦ ਹੋਰ ਸਵਾਲ ਹੈ ਜੀ, ਉਹਨਾਂ ਨੇ ਕਿਹਾ ਕਿ ਮੇਰੇ ਮਦਰ ਸਿਟੀਜ਼ਨ ਨੇ, ਉਹਨਾਂ ਨੇ ਸਾਡੇ ਪੇਪਰ 2015 ਵਿੱਚ ਭਰੇ ਆ, ਤੇ ਉਹਨੂੰ ਕਿੰਨਾ ਟਾਈਮ ਲੱਗੇਗਾ। ਦੇਖੋ, ਜੇ ਉਹਨਾਂ ਨੇ 2015 'ਚ ਤੁਹਾਡਾ ਅਪਲਾਈ ਕੀਤਾ ਆ ਮੈਰਿਡ ਬੱਚਿਆਂ ਦੀ ਕੈਟਾਗਰੀ 'ਚ, ਤਾਂ ਅਜੇ ਤਾਂ 2008 ਚੱਲ ਰਿਹਾ ਅਗਸਤ, ਤਾਂ ਉਹਨੂੰ ਅਜੇ ਹੋਰ 5-6 ਸਾਲ ਲੱਗਣਗੇ। ਤੇ ਇਹ ਹੁਣ ਦੇਖਣ ਵਾਲੀ ਗੱਲ ਹੈ ਕਿ ਉਹਨਾਂ ਨੇ ਕਿਹੜੀ ਕੈਟਾਗਰੀ 'ਚ ਕੀਤਾ। ਸੋ ਜੇ ਮੈਰਿਡ ਬੱਚਿਆਂ 'ਚ ਕੀਤਾ ਤਾਂ ਜੇ ਟਾਈਮ ਲੱਗੇਗਾ ਕਿਉਂਕਿ ਜੇ 2008 ਚੱਲ ਰਿਹਾ। ਉਸ ਤੋਂ ਬਾਅਦ ਹੈ ਜੀ, ਇੱਕ ਹੋਰ ਸਵਾਲ ਹੈ ਕਿ ਮੈਂ ਤੇ ਮੇਰੀ ਵਾਈਫ ਨੇ ਅਪਲਾਈ ਕੀਤਾ ਸੀ 2019 ਦੇ ਵਿੱਚ, ਤੇ ਸਾਨੂੰ ਅਜੇ ਤੱਕ ਜਿਹੜਾ ਹੈਗਾ ਉਹ ਕੋਈ ਜਵਾਬ ਨਹੀਂ ਆਇਆ। ਤੁਹਾਡੀ ਜਿਹੜੀ ਹੈਗੀ ਕੈਟਾਗਰੀ ਉਹ ਮੈਨੂੰ ਪਤਾ ਹੋਣੀ ਚਾਹੀਦੀ ਵੀ ਕਿਹੜੀ ਕੈਟਾਗਰੀ ਤੁਸੀਂ ਅਪਲਾਈ ਕੀਤਾ, ਤੇ ਉਹਦੇ ਮੁਤਾਬਕ ਫਿਰ ਆਪਾਂ ਦੱਸ ਸਕਾਂਗੇ। ਤੇ ਮੈਨੂੰ ਤੁਸੀਂ ਦੁਬਾਰਾ ਇਹ ਸਵਾਲ ਜਿਹੜਾ ਹੈਗਾ ਉਹ ਲਿਖ ਕੇ ਭੇਜ ਦਿਓ, ਮੈਂ ਅਗਲੇ ਵੀਡੀਓ ਤੁਹਾਨੂੰ ਜਵਾਬ ਦਊਂਗਾ ਵੀ ਇਹ ਅਪਲਾਈ ਕਿਹੜੀ ਕੈਟਾਗਰੀ 'ਚ ਹੋਇਆ ਤੇ ਕਿਹਨੇ ਅਪਲਾਈ ਕੀਤਾ, ਤਾਂ ਫਿਰ ਉੱਥੋਂ ਪਤਾ ਲੱਗੂ ਵੀ ਕਿੰਨਾ ਟਾਈਮ ਲੱਗੇਗਾ। ਉਸ ਤੋਂ ਬਾਅਦ ਇੱਕ ਹੋਰ ਹੈ ਜੀ, ਉਹਨਾਂ ਨੇ ਕਿਹਾ ਕਿ ਮੈਨੂੰ 8 ਸਾਲ ਹੋ ਗਏ ਨੇ, ਮੇਰਾ ਕਲੌਕ ਕਲੋਜ਼ ਹੋ ਗਿਆ, ਇਸ ਲਈ ਮੈਨੂੰ ਵਰਕ ਪਰਮਿਟ ਨਹੀਂ ਮਿਲਿਆ।
ਤੇ ਮੇਰਾ ਕੇਸ ਡਿਨਾਈ ਹੋ ਗਿਆ ਸੀ 2019 ਵਿੱਚ ਤੇ ਮੈਂ ਅਪੀਲ ਕੀਤੀ ਆ। ਦੇਖੋ ਇਸ ਤਰ੍ਹਾਂ ਵੀ ਜੇ ਤੁਹਾਡਾ ਕਲੌਕ ਬੰਦ ਆ ਫਿਰ ਕਿਉਂਕਿ ਵਰਕ ਪਰਮਿਟ ਲਈ 180 ਦਿਨ ਹੋਣੇ ਚਾਹੀਦੇ ਨੇ ਕਲੌਕ ਦੇ, ਨਾਲੇ ਮੈਂਬਰਸ਼ਿਪ ਚਾਹੀਦੀ ASAP ਦੀ, ਫਿਰ 6 ਮਹੀਨੇ ਬਾਅਦ ਵਰਕ ਪਰਮਿਟ ਮਿਲਦਾ। ਜੇ ਨਹੀਂ ਮੈਂਬਰਸ਼ਿਪ ਹੈਗੀ ਤਾਂ ਫਿਰ ਜਿਹੜੀ 365 ਦਿਨ ਬਾਅਦ ਮਿਲਦਾ। ਜੇ ਕਲੌਕ ਬੰਦ ਆ, ਕਲੌਕ ਸ਼ੁਰੂ ਨਹੀਂ ਹੋਇਆ, ਫਿਰ ਵਰਕ ਪਰਮਿਟ ਜਿਹੜਾ ਮਿਲਣਾ ਮੁਸ਼ਕਿਲ ਆ। ਅਪੀਲ ਦੇ ਵਿੱਚ ਟਰਾਈ ਕੀਤੀ ਜਾ ਸਕਦੀ ਆ, ਪਰ ਇੱਕ ਵਾਰੀ ਕਲੌਕ ਬੰਦ ਹੋ ਜਾਵੇ ਉਹਨੂੰ ਖੋਲ੍ਹਣਾ ਕਾਫੀ ਮੁਸ਼ਕਿਲ ਹੁੰਦਾ ਤੇ ਉਹਦੇ ਤੋਂ ਬਾਅਦ ਫਿਰ ਉਹ ਵਰਕ ਪਰਮਿਟ ਨਹੀਂ ਮਿਲਦਾ। ਤੇ ਇੱਕ ਹੋਰ ਸਵਾਲ ਉਹਨਾਂ ਨੇ ਕਿਹਾ ਜੀ ਕਿ ਮੇਰੀ ਕੋਰਟ ਡੇਟ 13 ਸੀ, ਮੈਂ ਮਿਸ ਕਰ ਦਿੱਤੀ ਆ ਤੇ ਹੁਣ ਮੈਂ ਡੇਟ ਲੈ ਸਕਦਾ। ਦੇਖੋ ਜੇ ਮਿਸ ਹੋ ਗਈ ਆ ਤੇ ਜੇ ਤਾਂ ਉੱਥੇ ਡੈਪੂਟੇਸ਼ਨ ਲੱਗ ਗਈ ਆ, ਕੇਸ ਉਹਨਾਂ ਨੇ ਤੁਹਾਨੂੰ ਜਿਹੜਾ ਹੈਗਾ ਉਹ ਬੰਦ ਹੋ ਗਿਆ ਤੇ ਆਰਡਰ ਰਿਮੂਵ ਕਰਤਾ, ਫਿਰ ਤਾਂ ਰੀਓਪਨ ਕਰਾਉਣਾ ਪੈਣਾ ਜੇ ਗਰਾਊਂਡ ਹੈਗਾ ਰੀਓਪਨ ਦਾ ਕੋਈ। ਤੇ ਜੇ ਡੈਪੂਟੇਸ਼ਨ ਨਹੀਂ ਲੱਗੀ ਤੇ ਉਹਨਾਂ ਨੇ ਵੈਸੇ ਹੀ ਹੋਲਡ ਤੇ ਪਾਇਆ ਤਾਂ ਫਿਰ ਡੇਟ ਲਈ ਜਾ ਸਕਦੀ। ਜੇ ਉੱਥੇ ਡੈਪੂਟੇਸ਼ਨ ਲੱਗ ਗਈ ਆ ਤਾਂ ਫਿਰ ਇਹ ਕੇਸ ਜਿੰਨੀ ਦੇਰ ਰੀਓਪਨ ਨਹੀਂ ਹੁੰਦਾ ਉਨੀ ਦੇਰ ਤੱਕ ਦੁਬਾਰਾ ਡੇਟ ਨਹੀਂ ਆਏਗੀ। ਤੇ ਇੱਕ ਹੋਰ ਆ ਜੀ, ਉਹਨਾਂ ਨੇ ਕਿਹਾ ਕਿ ਮੇਰੇ ਡੈਡ ਨੇ ਅਪਲਾਈ ਕੀਤਾ December 4, 2012 'ਚ ਤੇ ਉਹਨਾਂ ਨੂੰ ਮੁੜ ਕੇ ਸਿਟੀਜ਼ਨਸ਼ਿਪ ਮਿਲ ਗਈ ਸੀ। ਸੋ ਜੇ ਉਹਨਾਂ ਨੇ 12 'ਚ ਕੀਤਾ ਅਪਲਾਈ ਤੁਹਾਡਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲ ਗਈ ਆ ਤੇ ਫਿਰ ਤਾਂ 2012 'ਚ ਤਾਂ ਅੱਜ ਕੱਲ੍ਹ ਜਿਹੜੀ ਤੁਹਾਡੀ ਕੈਟੇਗਰੀ ਆ 2014 ਚੱਲ ਰਿਹਾ ਇਹਦੇ 'ਚ F1 ਕੈਟੇਗਰੀ ਦੇ ਵਿੱਚ ਤੁਸੀਂ ਕਿਹਾ ਵੀ F1 'ਚ ਕੀਤਾ ਆ ਤੇ ਫਿਰ ਤਾਂ ਤੁਹਾਡੀ ਹੁਣ ਤੱਕ ਵਾਰੀ ਆਉਣੀ ਚਾਹੀਦੀ ਆ। ਪਰ ਜੇ ਮਤਲਬ ਸਿਟੀਜ਼ਨਸ਼ਿਪ ਲੈ ਲਈ ਤਾਂ ਉਹਨਾਂ ਥੋੜ੍ਹੀ ਕੰਪਲੀਕੇਸ਼ਨ ਹੋ ਜਾਂਦੀ ਆ ਕਿਉਂਕਿ ਉਹਨਾਂ ਉਹ ਕੈਟੇਗਰੀ ਚੇਂਜ ਹੋ ਜਾਂਦੀ ਆ ਤੇ ਉਹਨੂੰ ਹੋਰ ਟਾਈਮ ਲੱਗ ਸਕਦਾ। ਪਰ F1 ਕੈਟੇਗਰੀ ਵੈਸੇ ਜ਼ਿਆਦਾ ਤੇਜ਼ ਆ US ਸਿਟੀਜ਼ਨ ਵਾਲੀ ਕੈਟੇਗਰੀ, ਜਿਸ ਮਤਲਬ ਸੇਮ ਕੈਟੇਗਰੀ ਨਾਲੋਂ। ਸੋ ਇਸ ਕਰਕੇ ਹੋ ਸਕਦਾ ਵੀ ਇਹਦੇ 'ਚ ਥੋੜ੍ਹਾ ਜਿਹਾ ਜਿਹੜਾ ਹੈਗਾ ਉਹ ਟਾਈਮ ਹੋਰ ਜ਼ਿਆਦਾ ਲੱਗੇ ਤੇ ਤੁਹਾਡੀ ਜੇ ਹੁਣ 12 'ਚ ਅਪਲਾਈ ਕੀਤਾ ਫਿਰ ਤਾਂ ਵਾਰੀ ਆਉਣੀ ਚਾਹੀਦੀ। ਤੁਸੀਂ ਐਂ ਕਰੋ ਵੀ ਮੈਨੂੰ ਜਾਂ ਤਾਂ ਈਮੇਲ ਕਰ ਲਓ jpsinghattorney@gmail ਜਾਂ ਮੈਨੂੰ ਫੋਨ ਕਰ ਲਓ 9179154142 ਤੇ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਦੱਸ ਸਕਦਾ ਵੀ ਇਹ ਜਿਹੜੀ ਡਿਲੇ ਆ ਉਹ ਕਿੱਥੇ ਆ। ਤੇ ਇੱਕ ਹੋਰ ਸਵਾਲ ਉਹਨਾਂ ਨੇ ਕਿਹਾ ਸਰ ਸਾਡਾ F4 ਕੇਸ 2006 ਦਾ ਅਪਲਾਈ ਕੀਤਾ ਤੇ ਸਾਨੂੰ ਵਿਜ਼ਟਰ ਵੀਜ਼ਾ ਮਿਲ ਸਕਦਾ। ਦੇਖੋ ਜਦੋਂ ਵੀ ਆਪਾਂ F4 ਕੇਸ ਅਪਲਾਈ ਕਰਦੇ ਹਾਂ ਤੇ ਉਹ ਵਿਜ਼ਟਰ ਵੀਜ਼ਾ ਮਿਲਣ ਦੇ ਵਿੱਚ ਰੁਕਾਵਟ ਹੁੰਦੀ ਹੈ ਕਿਉਂਕਿ ਵਿਜ਼ਟਰ ਵੀਜ਼ੇ ਦੇ ਵਿੱਚ ਇੰਟੈਂਟ ਸ਼ੋਅ ਕਰਨੀ ਪੈਂਦੀ ਹੈ ਵੀ ਅਸੀਂ ਵਾਪਸ ਆ ਜਾਵਾਂਗੇ। ਸੋ ਜਦੋਂ ਅਸੀਂ ਇਮੀਗ੍ਰੈਂਟ ਵੀਜ਼ਾ ਕਿਸੇ ਦਾ ਅਪਲਾਈ ਕਰਦੇ ਹਾਂ ਤਾਂ ਇਹਦਾ ਮਤਲਬ ਅਸੀਂ ਚਾਹੁੰਦੇ ਹਾਂ ਵੀ ਬੰਦਾ ਇੱਥੇ ਰਵੇ ਆ ਕੇ। ਸੋ ਇਸ ਕਰਕੇ ਫਿਰ ਇਹਨਾਂ ਜਦੋਂ ਆਪਾਂ ਅਪਲਾਈ ਕੀਤਾ ਹੁੰਦਾ ਵਿਜ਼ਟਰ ਵੀਜ਼ਾ ਉਹਦੇ 'ਚ ਨਹੀਂ ਮਿਲਦਾ। ਤੇ ਇਹ ਸੀ ਜੀ ਤੁਹਾਡੇ ਕੁਝ ਸਵਾਲਾਂ ਦੇ ਜਵਾਬ। ਤੇ ਹੁਣ ਸਮਾਂ ਹੋ ਗਿਆ ਤੁਹਾਡੇ ਤੋਂ ਆਗਿਆ ਲੈਣ ਦਾ ਤੇ ਜਿਹੜੇ ਕੁਝ ਤੁਹਾਡੇ ਸਵਾਲਾਂ ਦੇ ਜਵਾਬ ਰਹਿ ਗਏ ਨੇ ਉਹਨਾਂ ਨੂੰ ਆਪਾਂ ਅਗਲੀ ਵੀਡੀਓ 'ਚ ਦੱਸਾਂਗੇ। ਲੇਕਿਨ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਦੱਸਦਾ ਕਿ ਜਿਹੜੀ ਅਮਰੀਕਨ ਅੰਬੈਸੀ ਹੈਗੀ ਮੁੰਬਈ ਦੇ ਵਿੱਚ, ਉੱਥੇ ਇੰਟਰਵਿਊ ਜਿਹੜੀਆਂ April ਤੇ ਮਈ ਦੀਆਂ ਕੈਂਸਲ ਹੋ ਗਈਆਂ, ਉਹਦਾ ਜਿਹੜਾ ਹੈਗਾ ਮਤਲਬ ਪ੍ਰਭਾਵ ਉਹ ਸਾਰੀਆਂ ਕੈਟੇਗਰੀਆਂ 'ਤੇ ਹੀ ਆ। ਤੇ ਖਾਸ ਕਰਕੇ ਜਿਵੇਂ ਕੋਈ F3 ਕੈਟੇਗਰੀ ਆ ਤੇ ਉਹ 'ਤੇ ਵੀ ਹੈਗਾ, F4 'ਤੇ ਵੀ ਹੈਗਾ, ਵਿਆਹ ਦੇ ਕੇਸਾਂ 'ਤੇ ਵੀ ਹੈਗਾ। ਤੇ ਇਸ ਕਰਕੇ ਜਿਹੜੇ ਵੀ ਬੰਦਿਆਂ ਨੇ ਹੁਣ F3 ਕੈਟੇਗਰੀ ਜਿਵੇਂ 2008 'ਚ ਅਪਲਾਈ ਕੀਤਾ ਤੇ ਉਹਨਾਂ ਦੀ ਜਿਹੜੀ ਹੁਣ ਅਗਸਤ ਚੱਲ ਰਿਹਾ 8 'ਚ ਤੇ ਹੁਣ ਕਿਸੇ ਨੇ ਜੁਲਾਈ 'ਚ ਕੀਤਾ ਆ ਕਿਵੇਂ, ਉਹਨਾਂ ਨੂੰ ਚਾਹੀਦਾ ਸੰਪਰਕ ਕਰਨ ਅੰਬੈਸੀ ਨਾਲ, ਮਤਲਬ ਇਸ ਤੋਂ ਬਾਅਦ ਕੰਟੈਕਟ ਕਰਨ। ਉਹਨਾਂ ਦੀ ਡੇਟ ਆਏਗੀ ਲੇਕਿਨ ਕਿਉਂਕਿ ਡੇਟਾਂ 2 ਮਹੀਨੇ ਪੋਸਟਪੋਨ ਹੋ ਗਈਆਂ ਉਹਦੇ ਕਰਕੇ ਹੋਰ ਡਿਲੇ ਵਧੀ ਆ। ਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਮਿਲਦੇ ਹਾਂ ਆਪਾਂ ਅਗਲੇ ਹਫ਼ਤੇ। ਸਤਿ ਸ਼੍ਰੀ ਅਕਾਲ ਜੀ। Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law.